ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। पूरे विश्व ਦੇ ਵਿੱਚ ਵਸਦੀ ਸਿੱਖ ਸੰਗਤ ਜਾਣਦੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੇ, ਨਤੀਜੇ ਵੀ ਆ ਚੁੱਕੇ ਨੇ। ਹੁਣ ਇਹ ਨਵੇਂ ਹਾਊਸ ਦੀ ਚੋਣ ਹੋਣੀ ਬਾਕੀ ਹੈ। 9 ਸਤੰਬਰ ਨੂੰ ਖਾਸ ਪ੍ਰੋਗਰਾਮ ਵੀ ਇੱਕ ਹੋ ਰਿਹਾ, ਜਿਹਦੇ ਵਿੱਚ ਇੱਕ ਲੋਟਰੀ ਸਿਸਟਮ ਹੁੰਦੇ ਆ ਜੀ, ਮੈਂਬਰ ਨਿਕਲਣੇ ਨੇ। ਪਰ ਇਹਦੀ ਇੱਕ ਮੁੱਢਲੀ ਤੌਰ ਤੇ ਜਾਣਕਾਰੀ ਦੱਸੀ ਜਾਵੇ ਆਪਣੇ ਦਰਸ਼ਕਾਂ ਨੂੰ। ਤਕਰੀਬਨ 7 ਧੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣਾਵੀ मैदान ਦੇ ਵਿੱਚ ਉਤਰੇ ਸੀ, ਜਿਨ੍ਹਾਂ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਸੀ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ, ਭਾਈ ਬਲਦੇਵ ਸਿੰਘ ਵਡਾਲਾ ਤੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਤੋਂ ਇਲਾਵਾ 2 ਜਥੇਬੰਦੀਆਂ ਹੋਰ ਵੀ ਚੁਣਾਵੀ मैदान ਦੇ ਵਿੱਚ ਸੀ। ਬੇਸ਼ੱਕ ਬਾਦਲ ਧੜਾ ਭਾਰੂ ਰਿਹਾ, ਬਾਦਲ ਧੜੇ ਨੇ ਬਾਜੀ ਮਾਰ ਲਈ, ਭਾਵੇਂ ਕਿ ਮਨਜਿੰਦਰ ਸਿੰਘ ਸਿਰਸਾ ਆਪਣੀ ਸੀਟ ਹਾਰ ਚੁੱਕੇ ਨੇ, पर उसके बावजूद बादल धड़ा काबज होने की कगार तक पहुँच चुका है। सो इस उपर ही अज एक विशेष चर्चा होने जा रही है। मुद्दा है कि पंथक मर्यादा ते सिद्धांतां दा या गुरु साहब की बख्शी हुई रहत मर्यादा का कि किसी ने घाण किया है? कोई मैंबर ऐसा तो नहीं जिहड़ा सिੱਖੀ सिद्धांतां दे पैमाने ते खरा ना उतरदा होवे? कोई ऐसा मैंबर तो नहीं जिसने रहत मर्यादा दियाँ वो धज्जियाँ उड़ा चुका होवे और उन्होंने दिल्ली सिੱਖ गुरुद्वारा प्रबंधक कमेटी ने चुन लिया होवे? सो ऐसियां ही कई कमियां ने जिन्हां दे उपर चर्चा करने लई साडे नाल जुड़े ने साधु सिंह भुपिंदर जी, साबका चेयरमैन ने तखत श्री पटना साहिब, और इस तो इलावा कई धार्मिक जथेबंदियां ने जिन्हां दे विच वो सेवावां दे चुके ने। सो बहुत बहुत स्वागत है जी भाई साधु भुपिंदर सिंह जी आप जी का। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। सब तो पहला तो साधु सिंह जी आप जी को यही जानना चाहेंगे कि 9 सितंबर को खास की होने लगा, पहले जिक्र कर दो जरा। मैं धन्नवाद करदा तुहाडे एनआरआई अदारे दा, तुसी इस चोणां दे जिहड़े हर पहलू नूं छूंदे रहे हो और अज तक छू रहे हो और लोकां नूं जागरूक करन दी कोशिश कर रहे हो। ये जड़ा 9 आने वाली 9 सितंबर को एक बहुत बड़ा एक मैं समझदा फिर एक काम होना है, जिहदे विच 2 बंदे इसी हाउस जड़ा एक 51 का हाउस होंदा है, जिहदे विच 40 की चोण हो चुकी है, जिन्हां दे हल्के होंदे ने। एक एसजीपीसी वालों मैंबर आउणा, उहदे लई इन्हां ने अनाउंस कर दिता कि मनजिंदर सिंह सिरसा भावें अपने चोण आ रहे, उन्हां नूं एसजीपीसी वालों नोमीनेट किया गया। उहदे बाद 2 सिंह सभावां दे प्रधान जिन्हां दे नूं लॉटरी दे नाल कढ़िया जाना, लॉटरी सिस्टम हुंदा, जिन्नियां रजिस्टर्ड बॉडीज़ ने उन्हां दी लॉटरी पाई जांदी, उन्हां चों 2 प्रधान जिहड़े चुन के इहदे मैंबर बनणगे। उस तो इलावा 2 कॉप्टेड मैंबर चुने जाते हैं, जो कि ਜਿਹੜੇ ਚੁਣੇ ਹੋਏ 46 ਮੈਂਬਰ ਨੇ, ਇਹਨਾਂ ਵਿੱਚੋਂ 16 ਦੇ ਇੱਕ ਬੰਦੇ ਨੇ, 16 ਮੈਂਬਰਾਂ ਨੇ ਇੱਕ ਬੰਦੇ ਨੂੰ ਚੁਣਨਾ ਹੈ। ਇਹ 2 ਦੀ ਚੋਣ ਹੋਣ ਜਾ ਰਹੀ ਹੈ। ਇਹ ਬੜਾ ਵੱਡਾ ਇੱਕ ਜਿਹੜਾ ਕੰਮ ਹੋਣ ਜਾ ਰਿਹਾ ਚੋਣਾਂ ਨੇ, ਕਿਉਂਕਿ ਇਹਦੇ ਨਾਲ ਗਿਣਤੀ ਜਿਹੜੀ ਹੈ ਮੈਂਬਰਾਂ ਦੀ ਵਧੇਗੀ, ਧੜੇ ਦੀ ਗਿਣਤੀ ਵਧੇਗੀ। ਜਿਹੜਾ ਬੰਦਾ ਕੱਲ ਨੂੰ ਜਿਹੜਾ ਹਾਊਸ ਜਿਹੜਾ ਆਪਣੇ ਆਪ ਨੂੰ ਪਾਵਰ ਵਿੱਚ ਆਉਣ ਵਾਸਤੇ ਔਰ ਪੂਰੇ ਕਾਰਜਕਾਰੀ ਜਿਹੜੀ ਇੱਕ ਅਦਾਰੇ ਨੂੰ ਚਲਾਉਣ ਵਾਸਤੇ ਪ੍ਰਧਾਨ ਸਕੱਤਰ ਦੀ ਚੋਣ ਕਰੇਗਾ, ਉਸ ਪਾਰਟੀ ਦੇ ਵਿੱਚ ਇਹ ਬੜੀ ਵੱਡੀ ਇਹ ਜਿਹੜੀ ਚੋਣਾਂ ਨੇ ਇਹ ਵੀ ਇੱਕ ਬਹੁਤ ਵੱਡੀਆਂ ਅਹਿਮ ਮੁੱਦਾ ਰੱਖਣਗੀਆਂ ਨੇ, ਇਹ ਅਹਿਮੀਅਤ ਰੱਖਦੀਆਂ ਨੇ जी। बहुत ज़्यादा अहमियत रखती है 9 सितंबर। सो 9 सितंबर ਨੂੰ बहुत कुछ खास होने जा रहा। मैं तो साधु भुपिंदर सिंह जी एक खास चीज़ जाननी चाहांगा कि जदों भी कोई भी इलैक्शन ਦੇ ਵਿੱਚ ਮੈਂਬਰ ਖੜਾ ਹੁੰਦਾ ਤਾਂ ਉਹਨੂੰ ਇੱਕ ਐਫੀਡੇਵਿਟ ਦੇਣਾ ਪੈਂਦਾ, ਜਿਹਦੇ 'ਚ ਉਹ ਆਪਣੇ ਬਾਰੇ ਆਮ ਚੁਣਾਵੀ ਇਲੈਕਸ਼ਨ ਦੀ ਗੱਲ ਕਰੀਏ, ਉਹ ਦੱਸਦਾ ਹੈ ਉਹਦਾ ਨਾਂ ਕੀ, ਉਹਦਾ ਪਤਾ ਕੀ ਹੈ, ਔਰ ਉਹਦੇ 'ਤੇ ਕੋਈ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਚਾਰਜਸ ਤੇ ਨਹੀਂ, ਉਹ ਆਪਣੇ ਬਾਰੇ ਪੂਰੀ ਜਾਣਕਾਰੀ ਸਹੀ ਦਿੰਦਾ ਹੈ। ਜਦੋਂ ਕਿਸੇ ਵੀ ਧਾਰਮਿਕ ਜਥੇਬੰਦੀ ਦੇ ਵਿੱਚ ਇਲੈਕਸ਼ਨ ਹੁੰਦੀ, ਖਾਸ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਕੱਲ੍ਹ ਨੂੰ ਭਾਵੇਂ ਸ਼੍ਰੋਮਣੀ ਕਮੇਟੀ ਦੀ ਕਿਉਂ ਨਾ ਚੋਣ ਹੋਵੇ, ਜੋ ਇੱਥੇ ਜਿਹੜੇ ਮੈਂਬਰ ਖੜਦੇ ਨੇ ਇਹਨਾਂ ਵੱਲੋਂ ਵੀ ਇੱਕ ਐਫੀਡੇਵਿਟ ਦਿੱਤਾ ਜਾਂਦਾ ਹੈ ਤੇ ਕਹਿੰਦੇ ਨੇ ਕਿ ਇਸ ਐਫੀਡੇਵਿਟ ਦੇ ਵਿੱਚ ਖਾਸ ਕਰਕੇ ਜਿਹੜਾ ਜ਼ਿਕਰ ਹੁੰਦਾ ਹੈ ਉਹ ਇਹ ਹੁੰਦਾ ਹੈ ਕਿ ਕਿਤੇ ਪਤਿਤ ਨਹੀਂ, ਇਹਨੇ ਕੋਈ ਕਦੀ ਬੱਜਰ ਗੁਰਹਿਤ ਤੇ ਨਹੀਂ ਕੀਤੀ, ਕਿ ਇਹ ਇਨਸਾਨ ਜਿਹੜੇ ਨੇ ਰੋਮਾਂ ਦੀ ਬੇਅਦਬੀ ਤੇ ਨਹੀਂ ਕੀਤੀ, ਕਿ ਇਹ ਜਿਹੜਾ ਇਨਸਾਨ ਹੈ ਇਹਨੇ ਕਿਸੇ ਪਰਾਈ ਇਸਤਰੀ ਦਾ ਸੰਗ ਤੇ ਨਹੀਂ ਕੀਤਾ, ਕਿਸੇ ਤਰ੍ਹਾਂ ਦਾ ਸੇਵਨ ਤੇ ਨਹੀਂ ਕਰਦਾ, ਪਰਾਇਆ ਹੱਕ ਤੇ ਨਹੀਂ ਮਾਰਦਾ। ਸੋ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ कि इस एफीडेविट दे विच जो दिता तो हरेक मैंबर ने होएगा, जो भी जित के आए ने, वो भी जिन्हें कॉम्पीटिशन लड़िया वो भी,
ਤਾਂ ਤੁਸੀਂ ਕੀ ਸਮਝਦੇ ਹੋ ਇਸ ਐਫੀਡੇਵਿਟ ਤੇ ਕਿੰਨੇ ਕੁ ਲੋਕ ਖਰੇ ਉਤਰਦੇ ਨੇ ਤੇ ਕਿੰਨੇ ਖਰੇ ਹੋਣਗੇ, ਤੇ ਜੇਕਰ ਕੋਈ ਐਸਾ ਹੈ ਜਿਹਨੇ ਰਹਿਤ ਮਰਿਆਦਾ ਜਿਹੜੀ ਹੈ ਉਹ ਵੀ ਨਹੀਂ ਨਿਭਾਈ, ਸਿੱਖੀ ਸਿਧਾਂਤਾਂ ਦਾ ਘਾਣ ਕੀਤਾ ਹੈ, ਉਹਦੇ ਖਿਲਾਫ ਕੀ ਕਾਰਵਾਈ ਹੋਣ ਜਾ ਰਹੀ ਹੈ? ਇਹ ਬਹੁਤ ਸੋਹਣੀ ਅੱਜ ਗੱਲ ਤੁਸੀਂ ਪੁੱਛ ਲਈ ਹੈ। ਲੋਕਾਂ ਨੂੰ ਜਾਗਰੂਕ ਕਰਨ ਦੀ ਬਹੁਤ ਇਹਦੇ ਵਿੱਚ ਲੋੜ ਹੈਗੀ ਹੈ। ਜੀ ਇਹ ਐਫੀਡੇਵਿਟ ਹੈਗਾ ਤੇ ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ ਹੈ, ਲੇਕਿਨ ਐਫੀਡੇਵਿਟ ਕੋਰਟ ਤੋਂ ਬਣਦਾ ਤੇ ਤੁਸੀਂ ਸਮਝਦੇ ਸ਼ਪਤਨਾਮਾ ਹੀ ਹੋਇਆ। ਜਦ ਕਿ ਮੈਂ ਜੀ ਸਮਝਦਾ ਵਾਂ ਦਿੱਲੀ ਕਮੇਟੀ ਦੇ ਇਲੈਕਸ਼ਨਾਂ ਵਿੱਚ ਸਾਡੇ ਲਈ ਤਾਂ ਦੋ ਸ਼ਪਤਨਾਮੇ ਹੋ ਗਏ, ਇੱਕ ਕਾਨੂੰਨੀ ਹੋ ਗਿਆ, ਇੱਕ ਧਾਰਮਿਕ ਵਜੋਂ ਹੋ ਗਿਆ, ਵੀ ਅਸੀਂ ਆਪਣੇ ਧਰਮ ਲਈ, ਆਪਣੇ ਗੁਰੂ ਦੇ ਪ੍ਰਤੀ ਕਿੰਨੇ ਵਫਾਦਾਰ ਹਾਂ, ਆਪਾਂ ਸਿੱਖੀ ਸਿਧਾਂਤਾਂ ਦੇ ਕਿੰਨੇ ਉਤਰਦੇ ਹਾਂ, ਔਰ ਸੰਗਤ ਦੇ ਮੂਹਰੇ ਜਿਹੜਾ ਖਲੋ ਕੇ ਹੈ ਸੱਚ ਝੂਠ ਕਿੰਨਾ ਬੋਲ ਰਹੇ ਹਾਂ। ਜੇ ਅਸੀਂ ਗੱਲ ਤਾਂ ਕਰਦੇ ਪਏ ਹਾਂ ਸੇਵਾ ਦੀ, ਕਿ ਅਸੀਂ ਸੇਵਾ ਨੂੰ ਅਸੀਂ ਉਸ ਇਮਾਨਦਾਰੀ ਨਾਲ ਕਰਨ ਲਈ ਸ਼ੁਰੂਆਤੀ ਤੌਰ ਸ਼ੁਰੂ ਤੋਂ ਹੀ ਕਿ ਉਹ ਇੰਨੇ ਇਮਾਨਦਾਰ ਹੈਗੇ ਆ। ਇਹ ਐਫੀਡੇਵਿਟ ਬੜਾ ਅਹਿਮੀਅਤ ਰੱਖਦਾ ਹੈ। ਇਹਦੇ ਵਿੱਚ ਬਕਾਇਦਾ ਲਿਖਿਆ ਜਾਂਦਾ ਹੈ ਵੀ ਮੈਂ ਅੰਮ੍ਰਿਤਧਾਰੀ ਗੁਰਸਿੱਖ ਹਾਂ, ਗੁਰੂ ਦਸਾਂ ਗੁਰੂ ਸਾਹਿਬਾਨਾਂ ਨੂੰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੂਰਨ ਆਸ਼ਾ ਰੱਖਦਾ, ਔਰ ਉਸ ਤੋਂ ਬਗੈਰ ਮੈਂ ਕਿਸੇ ਇਸ਼ਟ ਨੂੰ ਨਹੀਂ ਮੰਨਦਾ। ਫਿਰ ਉਹਦੇ ਵਿੱਚ ਆ ਜਾਂਦਾ ਬਜਰ ਕੁਰੈਤਾ ਦੀ ਗੱਲ ਹੁੰਦੀ ਹੈ। 4 ਬਜਰ ਕੁਰੈਤਾ ਵਿੱਚੋਂ ਮੇਨ ਜਿਹੜੀ ਹੈ ਤੰਬਾਕੂ ਦਾ ਸੇਵਨ ਤੇ ਪਰ ਇਸਤਰੀ ਦਾ ਗਮਨ ਜਿਹੜਾ ਹੈ, ਕੇਸਾਂ ਦੀ ਬੇਦਬੀ, ਇਹਨਾਂ ਬਾਰੇ ਲਿਖਣਾ ਜ਼ਰੂਰੀ ਲਾਜ਼ਮੀ ਹੁੰਦਾ ਔਰ ਸਾਈਨ ਕਰਕੇ ਦਾਖਲ ਕਰਾਉਣਾ ਜ਼ਰੂਰੀ ਹੈ। ਕਿਉਂਕਿ ਅਗਰ ਉਹ ਗਲਤ ਦਾਖਲ ਕਰਦਾ ਔਰ ਅਗਰ ਉਹ ਗਲਤ ਪਾਇਆ ਜਾਂਦਾ ਤੇ ਉਹਦਾ ਜਿਹੜਾ ਨਾਮਾਂਕਣ ਹੈ, ਭਾਵੇਂ ਉਹ 46 ਹਲਕਿਆਂ ਦੀ ਚੋਣਾਂ ਸਨ ਤੇ ਭਾਵੇਂ ਹੁਣ ਇੱਕ ਆਪਸ਼ਨ ਦੀ ਆ ਰਹੀ ਹੈ, ਜਿਹੜੀ ਇੱਕ ਪ੍ਰਕਿਰਿਆ ਚੱਲ ਰਹੀ ਹੈ, ਜਿਹੜੀ ਉਹਦੇ ਵਿੱਚ ਵੀ ਜਿਹੜਾ ਬੜੀ ਅਹਿਮੀਅਤ ਰੱਖਦਾ ਹੈ। ਤੇ ਉਹ ਗੁਰਦੁਆਰਾ ਡਾਇਰੈਕਟਰ ਨੂੰ ਇਹ ਪੂਰੇ ਹੱਕ ਹੁੰਦੇ ਨੇ ਵੀ ਅਗਰ ਉਹ ਕਿਧਰੇ ਪਾਇਆ ਜਾਵੇ ਗਲਤ ਤੇ ਉਹਦਾ ਜਿਹੜਾ ਕਿਸੇ ਦੀ ਵੀ ਨੋਮੀਨੇਸ਼ਨ ਰੱਦ ਕੀਤੀ ਜਾਂਦੀ ਹੈ। ਔਰ ਇਹਦੇ ਵਿੱਚ ਹੋਰ ਇਸ ਤੋਂ ਬੜੀ ਵੱਡੀ ਗੱਲ ਹੈ, ਮੈਂ ਹੈਰਾਨ ਹਾਂ ਕਿ ਸਾਨੂੰ ਇਹ ਤੱਕ ਲਿਖ ਕੇ ਦੇਣਾ ਪੈਂਦਾ ਗੁਰਸਿੱਖ ਨੂੰ ਵੀ ਜਿਹੜਾ ਇਲੈਕਸ਼ਨ ਗੱਲ ਤਾਂ ਅਸੀਂ ਕਰ ਰਹੇ ਸਿੱਖੀ ਦੀ, ਗੁਰਦੁਆਰਿਆਂ ਦੀ ਸਿੱਖੀ ਸੇਵਾ ਸੰਭਾਲ ਦੀ, ਔਰ ਸਾਨੂੰ ਇਹ ਵੀ ਲਿਖ ਕੇ ਦੇਣਾ ਪੈਂਦਾ ਕਿ ਸਾਨੂੰ ਗੁਰਮੁਖੀ ਜਿਹੜੀ ਹੈ ਪੜ੍ਹਨੀ ਤੇ ਲਿਖਣੀ ਆਉਂਦੀ ਹੈ। ਤੁਸੀਂ ਹੈਰਾਨ ਆਉਣ ਦੀ ਗੱਲ ਹੈ ਕਿ ਅਸੀਂ ਗੱਲ ਤੇ ਸੇਵਾ ਦੀ ਕਰਨ ਜਾ ਰਹੇ ਗੁਰਦੁਆਰੇ ਦੀ, ਜੇ ਗੁਰਮੁਖੀ ਪੜ੍ਹਨੀ ਔਰ ਲਿਖਣੀ ਨਹੀਂ ਆਉਂਦੀ ਤਾਂ ਫਿਰ ਆਪਾਂ ਕਿਉਂ ਇਸ ਪਾਸੇ ਤੁਰੇ ਹੋਏ ਹਾਂ? ਸਾਧੂ ਜੀ, ਮੈਂ ਤੁਹਾਨੂੰ ਮੈਂ ਚਾਹਾਂਗਾ ਕਿ ਤਰਤੀਬ ਵਾਈਜ਼, ਨੰਬਰ ਵਾਈਜ਼ ਆਪਾਂ ਫਿਰ ਉਸੇ ਚੀਜ਼ ਨੂੰ ਫੜ ਲਈਏ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਕੁੱਲ 46 ਮੈਂਬਰ ਜਿਹੜੇ ਨੇ ਉਹ ਚੁਣੇ ਗਏ ਨੇ। ਇਹ ਜਿਹੜੇ 46 ਮੈਂਬਰ ਚੁਣੇ ਗਏ ਨੇ, ਅੱਜ ਉਹ ਹੁਣੇ ਤੁਸੀਂ ਕੁਰਹਿਤਾਂ ਦਸੀਆਂ, ਹੁਣੇ ਤੁਸੀਂ ਜਿਹੜੇ ਬੱਜਰ ਗੁਨਾਹ ਦੱਸੇ, ਇਹ ਸਾਰੇ ਉਹਨਾਂ ਚੋਂ ਪਾਸ ਨੇ ਕਿ ਇਸ ਟੈਸਟ ਚੋਂ ਕੋਈ ਫੇਲ ਵੀ ਹੈਗਾ ਜੀ? ਦੇਖੋ ਜੀ 40 ਵਾਲੀ ਤੇ ਹੁਣ ਚੋਣਾਂ ਹਟੀਆਂ, ਹੁਣ ਅਸੀਂ ਅਗਰ ਉਹਨਾਂ ਚੋਂ ਕੋਈ ਪਾਸ ਫੇਲ ਵੀ ਹੋਏਗਾ ਤਾਂ ਹੁਣ ਅਸੀਂ ਉਹਨਾਂ ਦਾ ਕੁਝ ਨਹੀਂ ਕਰ ਸਕਦੇ। ਸਵਾਲ ਹੈਗਾ ਇਹ ਪਹਿਲੇ ਹੀ ਸਾਨੂੰ ਜਦੋਂ ਨੋਮੀਨੇਸ਼ਨ ਭਰਦੇ ਆ ਤੇ ਵਿਰੋਧੀ ਧਿਰ ਨੂੰ ਚਾਹੀਦਾ ਕਿ ਉਹਦਾ ਪੂਰਾ ਜਿਹੜਾ ਇਹ ਖੰਗਾਲੇ ਤੇ ਉਹਦੇ ਜਾ ਕੇ ਉਹਦੇ ਖਿਲਾਫ ਜਾਵੇ। ਹੁਣ ਗੱਲ ਆਉਂਦੀ ਹੈ ਅੱਜ ਜਿਹੜੇ ਸਾਹਮਣੇ ਮੁੱਦਾ ਆ ਗਿਆ 9 ਸਤੰਬਰ ਦਾ, ਜਿਹਦੇ 2 ਮੈਂਬਰਾਂ ਦੀ ਆਪਸ਼ਨ ਹੋਣੀ ਹੈ, ਉਹਦੇ ਵਿੱਚ ਅੱਜ ਮੈਂ ਤੁਹਾਨੂੰ ਬਰੀਫ ਹੀ ਲੈ ਜਾਣਾ ਜੀ। ਦੇਖੋ ਬਾਦਲ ਧੜੇ ਵੱਲੋਂ 4 ਪਰਚੇ ਦਾਖਲ ਹੋਏ ਨੇ, 4 ਪਰਚਿਆਂ ਦੇ ਮੈਂ ਨਾਮ ਫਟਾਫਟ ਲੈ ਕੇ ਤੇ ਤੁਹਾਨੂੰ ਬਰੀਫ ਦੇਣਾ। ਵਿਕਰਮ ਸਿੰਘ, ਜਸਵਿੰਦਰ ਸਿੰਘ ਜੌਲੀ, ਸਤਪਾਲ ਸਿੰਘ ਚੰਨ ਤੇ ਸੀਏ ਰਵਿੰਦਰ ਸਿੰਘ ਅਹੂਜਾ, ਇਹ ਬਾਦਲ ਧੜੇ ਵੱਲੋਂ ਹੋਏ ਜੀ। ਹੁਣ ਬਾਦਲ ਧੜੇ ਵਿੱਚੋਂ 4 ਪਰਚਿਆਂ ਦੇ ਵਿੱਚ 2 ਦੇ ਉੱਤੇ ਕੁਐਸਚਨ ਮਾਰਕ ਲੱਗ ਗਿਆ ਜੀ। ਇੱਕ ਦਾ ਕੱਲ ਨਾਮਾਂਕਨ ਕੈਂਸਲ ਹੋ ਗਿਆ, ਰਵਿੰਦਰ ਸਿੰਘ ਅਹੂਜੇ ਦਾ ਕੱਲ, ਇੱਕ ਪਰਮਿੰਦਰਪਾਲ ਸਿੰਘ। ਅੱਛਾ ਜੀ, ਇਸ ਤੋਂ ਇਲਾਵਾ ਜਾਗੋ ਪਾਰਟੀ ਜਿਹੜਾ ਮਨਜੀਤ ਸਿੰਘ ਜੀਕੇ ਨੇ ਆਪਣਾ ਪਰਮਿੰਦਰਪਾਲ ਸਿੰਘ ਉਤਾਰਿਆ ਕੈਂਡੀਡੇਟ, ਤੇ ਸਰਨਾ ਧੜੇ ਵੱਲੋਂ ਪਰਮਜੀਤ ਸਿੰਘ ਸਰਨਾ ਆਪ ਖੁਦ ਆਏ ਕਿਉਂਕਿ ਉਹਨਾਂ ਦੇ ਭਰਾ ਨੇ ਇਲੈਕਸ਼ਨ ਹਰਵਿੰਦਰ ਸਿੰਘ ਸਰਨੇ ਨੇ ਲੜੀ, ਪਰਮਜੀਤ ਸਿੰਘ ਸਰਨੇ ਨੇ ਨਹੀਂ ਲੜੀ, ਤੇ ਹੁਣ ਉਹ ਆਪਸ਼ਨ ਦੀ ਪ੍ਰਕਿਰਿਆ ਵਿੱਚ ਆਪਣਾ ਨਾਮ ਉਹਨਾਂ ਨੇ ਖੁਦ ਭਰਿਆ ਤੇ ਇਸ ਤਰ੍ਹਾਂ ਗੱਲ ਕਰ ਰਹੇ। ਹੁਣ ਕੱਲ ਹੀ ਜਿਹੜੀ ਨਵੀਂ ਗੱਲ ਸਾਹਮਣੇ ਆ ਗਈ ਕਿ ਪਰਮਿੰਦਰਪਾਲ ਸਿੰਘ ਨੇ 2 ਦੇ ਉੱਤੇ ਜਾ ਕੇ ਆਬਜੈਕਸ਼ਨ ਲਗਾ ਦਿੱਤਾ ਬਾਦਲ ਧੜੇ ਦੇ ਕੈਂਡੀਡੇਟਾਂ ਉੱਤੇ, ਜਿਹਦੇ ਵਿੱਚ ਇੱਕ ਰਵਿੰਦਰ ਸਿੰਘ ਅਹੂਜਾ ਹੈ ਜਿਹਨੂੰ ਕਿ ਗੁਰਮੁਖੀ ਨਾ ਪੜ੍ਹਨੀ ਆਉਂਦੀ ਨਾ ਲਿਖਣੀ ਆਉਂਦੀ ਹੈ। ਔਰ ਬੜੀ ਕਮਾਲ ਦੀ ਗੱਲ ਹੈ ਕਿ ਉਹਦਾ ਪਰਚਾ ਉੱਥੇ ਰੱਦ ਹੋ ਗਿਆ। ਉਹਨੂੰ ਜਦੋਂ ਪੁੱਛਿਆ ਗਿਆ ਤੇ ਉਹ ਵਾਕਈ ਲਿਖ ਨਹੀਂ ਪਾਇਆ ਤੇ ਇਸ ਕਰਕੇ ਉਹਦਾ ਪਰਚਾ ਉੱਥੇ ਰੱਦ ਹੋਇਆ। ਦੂਸਰਾ, ਉਹਨੇ ਵਿਕਰਮ ਸਿੰਘ ਦੇ ਉੱਤੇ ਇੱਕ ਇਲਜ਼ਾਮ ਲਾਇਆ ਵੀ ਉਹ ਇੱਕ ਪਰ ਇਸਤਰੀ ਦਾ ਗਬਨ ਕਰਦਿਆਂ ਇਸ ਦੇ ਉੱਤੇ ਇਲਜ਼ਾਮ ਲੱਗੇ 2018 ਦੇ ਵਿੱਚ ਤੇ ਉਹ ਉਹਦੇ ਵਿੱਚ ਫਸਿਆ, ਲੇਕਿਨ ਉਹਦੇ ਹਲੇ ਉਹ ਸਾਬਤ ਨਹੀਂ ਹੋ ਪਾਇਆ। ਹੁਣ ਉਹ ਹਲੇ ਕਿ ਗੁਰਦੁਆਰਾ ਡਾਇਰੈਕਟਰੇਟ ਨੇ ਉਹਨੂੰ ਕੈਂਸਲ ਨਹੀਂ ਕੀਤਾ, ਲੇਕਿਨ ਮੈਨੂੰ ਜਿੱਥੇ ਤੱਕ ਜਾਣਕਾਰੀ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਪਰਮਿੰਦਰਪਾਲ ਸਿੰਘ ਜਿਹੜਾ ਕੋਰਟ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਖਿਲਾਫ, ਔਰ ਉਹਨਾਂ ਦੇ ਪਰਚਾ ਜਿਹੜਾ ਰੱਦ ਕਰਨ ਦੀ ਗੱਲ ਕਰਨਗੇ। ਔਰ ਇਸ ਤੋਂ ਇਲਾਵਾ ਦੇਖਿਆ ਜਾਏ ਤਾਂ ਦੋ ਹੀ ਕੈਂਡੀਡੇਟ ਬਚ ਜੀ। ਇਹ ਲੁੱਚੇ ਲੋਕ ਵੀ ਕਿਉਂ ਆ ਜਾਂਦੇ ਆ ਜੀ ਇਸ ਧਾਰਮਿਕ ਕੰਮਾਂ? ਇਹੀ ਗੱਲ ਹੈ ਜੀ। ਹੁਣ ਮੈਂ ਆਪ ਜੀ ਨੂੰ ਅੱਗੇ ਦੀ ਗੱਲ ਇਸ ਤੋਂ ਇਲਾਵਾ ਅੱਗੇ ਦੀ ਗੱਲ ਹੈ ਜੀ, ਜਿੱਥੇ ਪਰਮਜੀਤ ਸਿੰਘ ਸਰਨੇ ਨੇ ਵੀ ਆਪਣਾ ਐਫੀਡੇਵਿਟ ਭਰਿਆ ਦੇਖਿਆ ਜਾਵੇ ਤੇ ਉਹਨਾਂ ਦਾ ਵੀ ਐਫੀਡੇਵਿਟ ਕਿਤੇ ਨਾ ਕਿਤੇ ਝੂਠਾ ਗਿਣਿਆ ਜਾ ਸਕਦਾ ਹੈ ਵੀ ਉਹਨਾਂ ਨੇ ਵੀ ਸੱਚ ਨਹੀਂ ਦੱਸਿਆ। ਵੀ ਜਿੱਥੇ ਅਸੀਂ ਇਹ ਕਹਿ ਦਿੰਦੇ ਹਾਂ ਵੀ ਅਸੀਂ 10 ਪਾਤਸ਼ਾਹੀਆਂ ਦੀ
ਸਿਖਲਾਈ ਦੇ ਉੱਤੇ ਚੱਲਦੇ ਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਏ ਪੁਣਿਆ ਤੇ ਔਰ ਉਹਨਾਂ ਦੇ ਹੁਕਮਾਂ ਤੇ ਚੱਲਦੇ ਆ, ਉੱਥੇ ਤੇ ਸਾਡੇ ਨਗਰ ਨਗੀਨੀਆਂ ਦੀ ਕੋਈ ਲੈਣੀ ਨਹੀਂ, ਕੋਈ ਇਸ ਤਰ੍ਹਾਂ ਪੰਡਤਾਂ ਵੱਲ ਜਾਣ ਦਾ ਗੱਲ ਨਹੀਂ। ਤੇ ਉਹਨਾਂ ਨੇ ਤੇ ਆਪਣੇ ਹੱਥ ਹੀ ਨੱਗੀਆਂ ਨਗੀਨੀਆਂ ਪਾਈਆਂ ਹੋਈਆਂ ਨੇ, ਤੇ ਉਹ ਇਹਦਾ ਮਤਲਬ ਉਹਨਾਂ ਦਾ ਵੀ ਕਿਧਰੇ ਨਾ ਕਿਧਰੇ ਐਫੀਡੇਵਿਟ ਝੂਠਾ ਹੈਗਾ। ਔਰ ਇਹ ਹੈਰਾਨੀ ਦੀ ਗੱਲ ਇਹ ਹੈਗੀ ਹੈ ਕਿ ਅਸੀਂ ਬੜੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਕਿ ਅਸੀਂ ਸੇਵਾ ਕਰਨੀ ਹੈ, ਸੇਵਾ ਕਰਨੀ ਹੈ, ਤੇ ਫਿਰ ਸਾਡੇ ਇਹੋ ਜਿਹੇ ਕਿਰਦਾਰ ਵਾਲੇ ਵਿਅਕਤੀਆਂ ਨੇ ਸੇਵਾ ਕਰਨ ਆ ਰਹੇ ਨੇ ਕਿ ਸਿਆਸਤ ਕਰਨ ਆ ਰਹੇ ਨੇ? ਇਹ ਤੇ ਸੰਗਤ ਨੂੰ ਜਾਗਰੂਕ ਹੋਣ ਦੀ ਲੋੜ ਹੈਗੀ ਹੈ। ਸੰਗਤ ਇਹਨਾਂ ਨੂੰ ਮੁੰਦਰੀਆਂ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਨਾ ਕਿ ਤੁਸੀਂ ਪਰਮਜੀਤ ਸਿੰਘ ਸਰਨਾ ਦੀ ਜ਼ਿਕਰ ਕੀਤਾ, ਤੁਸੀਂ ਦੱਸਿਆ ਕਿ ਉਹਨਾਂ ਦੇ ਹੱਥ ਜਿਹੜੇ ਨੇ ਨਗਾਂ ਦੇ ਨਾਲ ਸੱਜੇ ਹੋਏ ਨੇ, ਸੱਜੇ ਹੱਥ 'ਚ ਨੇ ਕਿ ਖੱਬੇ ਹੱਥ 'ਚ ਨੇ? ਭਾਈ ਸਾਹਿਬ ਜੀ ਉਹਨਾਂ ਦੀਆਂ ਫੋਟੋਆਂ ਦੇਖ ਲਓ ਬਈ, ਇੱਕ ਉਹਨਾਂ ਨੇ ਇਹਨਾਂ ਨਗਾਂ ਦਾ ਖਿਆਲ ਤੇ ਮੈਨੂੰ ਵੀ ਹੈ, ਉਹਨੂੰ ਸੁਨਹਿਲਾ ਕਹਿ ਲੈਂਦੇ ਨੇ ਕਿ ਪੁਖਰਾਜ ਕਹਿ ਲੈਂਦੇ ਨੇ, ਇੱਕ ਉਹਨਾਂ ਨੇ ਉਹ ਪਾਇਆ, ਦੋ ਉਹਨਾਂ ਦੇ ਗਲੇ ਵਿੱਚ ਹੈਗੇ ਨੇ। ਇਹਨਾਂ ਦੇ ਨੇੜਲੇ ਕਹਿ ਦੇਣ ਜਾਂ ਪਰਮਜੀਤ ਸਿੰਘ ਸਰਨਾ ਆ ਕੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿਣ, ਮੈਂ ਰੰਗ ਵੀ ਦੱਸ ਦਾਂਗਾ ਕਿਹੜੇ ਉਹਨਾਂ ਦੇ ਗਲੇ ਵਿੱਚ ਪਾਏ ਹੋਏ, ਜਿਹੜੇ ਉਹਨਾਂ ਨੇ ਸੋਨੇ ਦੀ ਪਲੇਟ ਦੇ ਵਿੱਚ ਚੇਨ ਦੇ ਵਿੱਚ ਪਾਏ ਨੇ, ਮੈਂ ਉਹ ਦੱਸ ਸਕਦਾ ਵਾਂ। ਔਰ ਉਹ ਵੀ ਕਬੂਲਣ ਕਿ ਉਹ ਪਾਉਂਦੇ ਕਿ ਨਹੀਂ ਪਾਉਂਦੇ, ਤੇ ਫਿਰ ਉਹਨਾਂ ਦਾ ਐਫੀਡੇਵਿਟ ਝੂਠਾ ਹੈ ਕਿ ਨਹੀਂ ਝੂਠਾ ਹੈਗਾ। ਇੰਨੀਆਂ ਵੱਡੀਆਂ ਵੱਡੀਆਂ ਗੱਲਾਂ ਸੇਵਾ ਦੀਆਂ ਕਰਦੇ ਨੇ, ਉਹਨਾਂ ਨੂੰ ਇਸ ਪਾਸੋਂ ਲਾਂਭੇ ਹੋ ਜਾਣਾ ਚਾਹੀਦਾ। ਸਿੱਖੀ ਦੇ ਰਹਿਮ ਕਰਨ ਸਾਡੇ ਲੋਕ ਇਸ ਮਤ। ਜਿਹੜੀ ਇਹਦੇ ਵਿੱਚ ਖਾਸ ਇੱਕ ਗੱਲਬਾਤ ਹੈ ਉਹ ਹੈਗੀ ਹੈ ਦਾੜੀ ਰੰਗਣ ਨੂੰ ਲੈ ਕੇ ਜੀ, ਕਿ ਜਿਹੜੇ ਕੇਸਾਂ ਦੀ ਬੇਅਦਬੀ ਦੀ ਗੱਲ ਕਰੀਏ, ਜਿਹੜੀ ਦਾੜੀ ਰੰਗਣ ਹੈ ਇਹ ਮਨਜ਼ੂਰ ਹੈ? ਕਿਉਂਕਿ ਬਹੁਤ ਸਾਰੇ ਐਸੇ ਮੈਂ ਮੈਂਬਰ ਦੇਖੇ ਹੈ ਜਿਨ੍ਹਾਂ ਨੂੰ ਦਾੜੀ ਰੰਗਣ ਤੋਂ ਕੋਈ ਗੁਰੇਜ਼ ਨਹੀਂ ਹੈ, ਰੰਗਦੇ ਵੀ ਨੇ, ਆਂਦੇ ਵੀ ਨੇ, ਬੰਨ੍ਹਦੇ ਵੀ ਨੇ, ਦਾੜਾ ਪ੍ਰਕਾਸ਼ ਵੀ ਨਹੀਂ ਕਰਦੇ। ਤੁਹਾਨੂੰ ਕੀ ਲੱਗਦਾ ਜੀ ਇਹ ਸਭ ਮਾਫ ਹੋ ਗਿਆ ਜੀ? ਦਾੜਾ ਰੰਗਣਾ ਕੋਈ ਵੱਡੀ ਗੱਲ ਨਹੀਂ ਹੈ? ਦੇਖੋ ਜੀ, ਦਾੜਾ ਰੰਗਣਾ ਔਰ ਦਾੜਾ ਕੱਟਣਾ ਇਹ ਦੋਨੋਂ ਜਿਹੜੇ ਨੇ ਬਜਰ ਕੁਰੈਤਾਂ ਵਿੱਚ ਇਹਦਾ ਹਿੱਸਾ ਹੈਗੇ ਨੇ। ਬੰਨਣ ਲਈ ਇੰਨੀ ਕੋਈ ਸਪਸ਼ਟੀ ਨਹੀਂ ਹੈ। ਬੰਨਣ ਲਈ ਤਾਂ ਮੈਂ ਕਹਿ ਸਕਦਾ ਕਿ ਕਿਧਰੇ ਫੌਜ ਦੇ ਵਿੱਚ ਜਾਣਾ ਹੈ ਜਾਂ ਕਿਧਰੇ ਕੋਈ ਸ਼ੈਫ ਲੱਗਦਾ ਹੈ ਬਾਹਰ ਦੇ ਮੁਲਕਾਂ ਦੇ ਵਿੱਚ। ਰੰਗ ਦੀ ਗੱਲ ਕਰੀ ਜਾਵੇ, ਜਿਹੜੇ ਰੰਗ ਦੇ ਨੇ ਹਾਂਜੀ, ਰੰਗ ਔਰ ਕੱਟਣ ਦੀ ਗੱਲ ਹੈ ਨਾ ਜੀ, ਉਹ ਬਜਰ ਕੁਰੈਤ ਦਾ ਹਿੱਸਾ ਹੈ। ਪਰ ਕਿੰਨੇ ਤੁਹਾਨੂੰ 46 ਮੈਂਬਰਾਂ ਚੋਂ ਕਿੰਨੇ ਨੇ ਜਿਨ੍ਹਾਂ ਨੇ ਕਲਰਫੁਲ ਕੀਤਾ ਹੋਇਆ ਦਾੜੇ ਨੂੰ? ਮਹਾਰਾਜ ਕਈਆਂ ਨੇਤਾ ਜਿਹੜੇ ਇਲੈਕਸ਼ਨਾਂ ਤੋਂ ਮੇਰੇ ਖਿਆਲ ਮਹੀਨਾ ਪਹਿਲੇ ਦਾੜੀ ਰੰਗਣੀ ਛੱਡੀ, ਔਰ ਆਉਣ ਵਾਲਾ ਸਮਾਂ ਦੇਖ ਲੈਣਾ ਦੁਬਾਰਾ ਫਿਰ ਰੰਗ ਕੇ ਖਲੋਤੇ ਹੋਣਗੇ। ਔਰ ਹੈਰਾਨੀ ਦੀ ਗੱਲ ਹੈ ਕਿ ਇਹ ਵੱਡੀਆਂ ਪਾਰਟੀਆਂ, ਭਾਵੇਂ ਉਹ ਬਾਦਲ ਧੜਾ ਤੇ ਭਾਵੇਂ ਸਰਨਾ ਧੜਾ ਹੈ, ਉਹ ਕਿਹੋ ਜਿਹੇ ਬੰਦਿਆਂ ਦੀ ਚੋਣ ਕਰਦੇ ਨੇ? ਉਹ ਸੇਵਾ ਵਾਸਤੇ ਬੰਦੇ ਨਹੀਂ ਲਿਆਉਂਦੇ, ਉਹ ਆਪਣੀ ਵਫਾਦਾਰੀਆਂ ਵੇਖਦੇ ਹੋਏ ਇਹ ਦੇਖਦੇ ਨੇ ਵੀ ਕਿਹੜਾ ਬੰਦਾ ਚੋਣ ਭਾਵੇਂ ਕਿਸੇ ਵੀ ਤਰੀਕੇ ਨਾਲ ਜਿੱਤ ਕੇ ਇਲਾਕੇ ਤੋਂ ਅੱਗੇ ਆਉਂਦਾ ਜੀ। ਸੰਗਤ ਜਿਹੜੀ ਹੈ ਕਿਉਂ ਨਹੀਂ ਦੇਖਦੀ ਕਿ ਜਿਹੜਾ ਗੁਰੂ ਨੂੰ ਧੋਖਾ ਦੇ ਰਿਹਾ ਹੈ, ਜਿਹੜਾ ਰਹਿਤ ਮਰਿਆਦਾ ਨੂੰ ਧੋਖਾ ਦੇ ਰਿਹਾ ਹੈ, ਉਹ ਸੰਗਤ ਦਾ ਕੀ ਬਣੇਗਾ, ਗੁਰੂ ਦਾ ਕੀ ਬਣੇਗਾ, ਗੁਰਦੁਆਰਿਆਂ ਦੀ ਸੇਵਾ ਕੀ ਕਰੇਗਾ? ਇਹ ਕਿਉਂ ਨਹੀਂ ਸੋਚਦੀ ਸੰਗਤ? ਭਾਈ ਸਾਹਿਬ ਜੀ, ਇਹਦਾ ਉਦਾਹਰਨ ਤੁਸੀਂ ਐਸੇ ਚੋਣਾਂ ਹੀ ਦੇਖ ਲਵੋ ਕਿ ਸਾਡੇ ਜਿੰਨੀਆਂ ਵੋਟਾਂ ਬੜੀਆਂ ਨੇ, ਵੋਟਾਂ ਵਿੱਚੋਂ 50% ਅਸੀਂ ਕਹਿ ਸਕਦੇ ਸੀ ਵੋਟ ਪਾਣੀ ਚੋਣ ਇਲੈਕਸ਼ਨ ਪੋਲ ਹੋਈ ਹੋਵੇ, 50 ਵੀ ਨਹੀਂ ਹੋਈ, 37-38% ਪੋਲ ਹੋਈ ਹੈ। ਲੋਕੀ ਦੁਖੀ ਨੇ, ਲੋਕੀ ਇਸ ਅਦਾਰਿਆਂ ਤੋਂ ਪਰੇ ਹਟ ਚੁੱਕੇ ਨੇ। ਉਹ ਹੁਣ ਕਹਿੰਦੇ ਨੇ ਕਿ ਵੀ ਅਸੀਂ ਕੀ ਕਰਨਾ, ਅਸੀਂ ਗੁਰੂ ਦੇ ਪ੍ਰਤੀ ਵਫਾਦਾਰ ਹੈ, ਕਮੇਟੀਆਂ 'ਚ ਕੀ ਹੋ ਰਿਹਾ ਸਾਡੇ ਨਾਲ, ਉਹ ਉਹਨਾਂ ਦਾ ਬਸ ਨਹੀਂ ਚੱਲ ਰਿਹਾ, ਕਿਉਂਕਿ ਉਹ ਇੱਕ ਗੁਰਮਤ ਦੇ ਸਿਧਾਂਤ ਤੇ ਰਹਿਣਾ ਚਾਹੁੰਦੇ ਨੇ। ਉਹ ਲੜਾਕੇ ਨੇ ਵੀ ਕਿਧਰੇ ਸਰੇਆਮ ਜਾ ਕੇ ਜਿਹੋ ਜਿਹੇ ਕੰਮ ਸ਼ੁਰੂ ਹੋ ਗਏ ਨੇ, ਲੋਕਾਂ ਦੀਆਂ ਪੱਗਾਂ ਲਾਉਣੀਆਂ ਤੇ ਲੋਕਾਂ ਦੀਆਂ ਬੇਇੱਜ਼ਤੀਆਂ ਕਰਨੀਆਂ, ਤੇ ਇਹ ਜਿਹੜੇ ਕਰਮ ਕਾਂਡ ਨੇ ਗਲਤ ਕਰਕੇ, ਇੱਥੇ ਤਾਂ ਹੁਣ ਕੋਈ ਸਾਫ਼ ਸੁਥਰਾ ਸਾਫ਼ ਛਵੀ ਵਾਲਾ ਬੰਦਾ ਟਿਕਣਾ ਬਹੁਤ ਔਖਾ ਹੋ ਗਿਆ। ਇੱਥੇ ਤੇ ਹੁਣ ਚਾਹੀਦਾ ਵੀ ਜਿਹੜਾ ਇਹ ਸਾਰੀਆਂ ਕੁਰੈਤਾਂ ਕਰ ਸਕੇ ਔਰ ਚਲਾਕੀ ਦੇ ਨਾਲ ਹਰ ਹੱਥਕੰਡੇ ਅਪਣਾ ਸਕੇ, ਭਾਵੇਂ ਉਹ ਸ਼ਰਾਬ ਹੋਵੇ, ਭਾਵੇਂ ਪੈਸਾ ਹੋਵੇ, ਤੇ ਭਾਵੇਂ ਕੋਈ ਉਹ ਝੂਠੇ ਲਾਲਚ ਹੋਣ। ਉਹ ਸਾਰੇ ਕੰਮ ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ, ਔਰ ਇਹ ਇਲੈਕਸ਼ਨ ਹੁਣ ਇਹ ਕੰਮਾਂ ਦੇ ਰਹਿ ਗਏ ਜੀ। ਸੋ ਆਖਰੀ ਦੇ ਵਿੱਚ, ਕਿਉਂਕਿ ਕੱਦਾ ਸਵਾਲ ਜੋਗਾ ਸਾਡੇ ਕੋਲ ਸਮਾਂ ਰਹਿ ਗਿਆ ਜੀ, ਮੈਂ ਇਹ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਪਿਛਲੇ ਦਿਨੀ ਪਰਮਜੀਤ ਸਿੰਘ ਸਰਨਾ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ। ਉਸ ਵੀਡੀਓ ਦੇ ਵਿੱਚ ਉਹ ਕਹਿੰਦੇ ਨੇ ਕਿ ਜੇਕਰ ਉਹਨਾਂ ਦੇ ਧੜੇ ਦਾ ਕੋਈ ਵੀ ਬੰਦਾ ਵਿਰੋਧੀ ਧੜੇ ਦੇ ਨਾਲ, ਖਾਸ ਕਰਕੇ ਬਾਦਲ ਧੜੇ ਨਾਲ ਜਾਂ ਸਿਰਸੇ ਧੜੇ ਦੇ ਨਾਲ ਹੱਥ ਮਿਲਾਏਗਾ ਤਾਂ ਉਹ ਮੌਤ ਨੂੰ ਗਲੇ ਲਗਾਉਣਗੇ, ਜਾਂ ਯਾਨੀ ਕਿ ਉਹ ਆਤਮ ਹੱਤਿਆ ਕਰ ਸਕਦੇ ਨੇ, ਜਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਉਹ ਫਿਰ ਮੌਤ ਨਾਲ ਹੱਥ ਮਿਲਾਉਣਗੇ। ਉਹਨਾਂ ਨੇ ਬਿਆਨ ਤੇ ਦੇ ਦਿੱਤਾ, ਪਰ ਉਹਦੇ ਬਿਆਨ ਤੋਂ ਠੀਕ ਬਾਅਦ ਕੀ ਹੁੰਦਾ ਜੀ ਕਿ ਸੁਖਬੀਰ ਸਿੰਘ ਕਾਲੜਾ ਨੇ, ਜਿਹੜੇ ਵਾਰਡ ਨੰਬਰ 12 ਸਰੂਪ ਨਗਰ ਤੋਂ ਜੇਤੂ ਨੇ, ਹੈਗੇ ਤਾਂ ਇਹਨਾਂ ਦੇ ਧੜੇ ਸੀਗੇ ਸਰਨੇ ਹੋਣਾ ਦੇ, ਪਰ ਕੀ ਹੋਇਆ ਜੀ, ਉਹ ਤਾਂ ਹੱਥ ਵੀ ਮਿਲਾ ਲਿਆ, ਉਹਨਾਂ ਨੇ ਕੀ ਕਹਿੰਦੇ ਨੇ ਪਲਟੀ ਵੀ ਮਾਰ ਗਏ, ਤੇ ਉਹਨਾਂ ਨੇ ਧੜਾ ਵੀ ਬਦਲ ਦਿੱਤਾ। ਪਰ ਉਹਦੇ ਬਾਵਜੂਦ ਜਿਹੜੀ ਕਾਲ ਸਰਨੀ ਹੋਣਾ ਨੇ ਕੀਤੀ ਸੀ ਜਾਂ ਗੱਲਬਾਤ ਕੀਤੀ ਸੀ, ਤੇ ਸਰਨੀ ਹੋਣੀ ਤੇ ਮੇਰੇ ਖਿਆਲ ਇਹ ਧਮਕੀ ਸੀ, ਕੀ ਕਹੀਏ ਇਹਨਾਂ ਨੂੰ ਆਪਾਂ?
ਦੇਖੋ ਜੀ, ਗੁਰਮਤ ਦੇ ਵਿੱਚ ਆਤਮ ਹੱਤਿਆ ਦੀ ਗੱਲ ਕਰਨੀ ਜਿਹੜੀ ਹੈ ਇਹ ਸੂਟ ਨਹੀਂ ਕਰਦੀ, ਇਹ ਸੁਟੇਬਲ ਨਹੀਂ ਹੈ। ਖੈਰ, ਹੂੰ ਉਹਨਾਂ ਹੂੰ ਨੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਉਹ ਪਹਿਲਾਂ ਵੀ ਕਰਦੇ ਰਹੇ ਐ, ਕਿ ਵੀ ਉਹਨਾਂ ਨੇ ਕਰ ਦਿੱਤੀ, ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਜੀ। ਪਹਿਲਾਂ ਵੀ ਉਹਨਾਂ ਨੇ ਇੱਕ ਨਵੀਂ ਗੱਲ ਕੀਤੀ ਵੀ ਜਦੋਂ ਮਹਾਮਾਰੀ ਚਲਦੀ, ਲੋਕੀ ਆਕਸੀਜਨ ਲਈ ਮਰ ਰਹੇ ਸਨ, ਤੇ ਇਹਨਾਂ ਹੂੰ ਨੇ ਹੂੰ ਆ ਕੇ ਵੀ, ਉਹ ਭਾਵੇਂ ਇਲੈਕਸ਼ਨ ਦਾ ਸਮਾਂ ਸੀ, ਲੋਕਾਂ ਨੂੰ ਪਰਚਾਣ ਲਈ ਕਹਿਤਾ ਕਿ ਮੈਂ 3 ਦਿਨਾਂ ਦੇ ਵਿੱਚ ਇੱਕ ਆਕਸੀਜਨ ਦਾ ਜਿਹੜਾ ਇਹ ਪਲਾਂਟ ਲਗਾ ਦਾਂਗਾ, ਜੋ ਸੰਗਤਾਂ ਨੂੰ ਮੁਫਤ ਜਿਹੜੀ ਆਕਸੀਜਨ ਦੇਵਾਂਗਾ। ਉਹ ਤਾਂ ਪਲਾਂਟ ਨਜ਼ਰ ਨਹੀਂ ਆਇਆ। ਤੇ ਹੁਣ ਹੂੰ ਇਲੈਕਸ਼ਨ ਟੱਪਦਾ ਹੀ ਜਦੋਂ ਆਪਣੇ ਮੈਂਬਰਾਂ ਨੇ ਉਹਨਾਂ ਨੂੰ ਡਰਾਉਣ ਲਈ, ਉਹਨਾਂ ਨੂੰ ਧਮਕਾਉਣ ਲਈ, ਉਹਨਾਂ ਨੂੰ ਇੱਕ ਇਮੋਸ਼ਨਲੀ ਕਰਨ ਵਾਸਤੇ ਆਪਣੇ ਸਾਹ ਨੂੰ ਜਿਹੜਾ ਰੋਕਣ ਦੀ ਗੱਲ ਹੈ ਕਰ ਗਏ ਨੇ। ਇਹ ਤਾਂ ਬੜੀ ਗੱਲ ਅਜੀਬ ਜੀ ਹੈ, ਔਰ ਹੈਰਾਨੀ ਦੀ ਗੱਲ ਹੈ। ਉਹਨਾਂ ਨੂੰ ਪੁੱਛੋ ਵੀ ਜੇ ਉਹਨਾਂ ਨੇ ਇਹ ਗੱਲ ਕਹੀ ਤਾਂ ਉਹਨਾਂ ਦਾ ਤਾਂ ਅਗਲੇ ਦਿਨ ਹਾਲੇ 24 ਘੰਟੇ ਨਹੀਂ ਲੱਗੇ ਸਨ, ਤੇ ਉਹਨਾਂ ਦਾ ਇਹ ਜਿਹੜਾ ਕੈਂਡੀਡੇਟ ਹੈ ਉਹ ਦੂਜੇ ਧੜੇ ਵਿੱਚ ਜਾ ਰਲਿਆ। ਤੇ ਹੁਣ ਉਹਨਾਂ ਦੇ ਜਿਹੜਾ ਕਥਨੀ ਤੇ ਕਰਨੀ ਦੇ ਵਿੱਚ ਕਿੰਨਾ ਫਰਕ ਹੈਗਾ ਜੀ। ਆਖਰੀ ਸਵਾਲ, ਪ੍ਰਧਾਨਗੀ ਦਾ ਤਾਜ ਕਿਹਦੇ ਸਿਰ ਤੇ ਸੱਜੇਗਾ? ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੌਣ ਹੋਏਗਾ? ਜਿਹੜੇ ਖਵਾਉਂਦੇ ਨੇ ਕਾਗਜ਼ਾਂ ਦੇ ਵਿੱਚ ਸਟੇਜ ਤੋਂ ਮੁੱਖ ਸੇਵਾਦਾਰ। ਦੇਖੋ ਜੀ, ਇਹ ਬਾਦਲ ਧੜੇ ਕੋਲ 27 ਜਿਹੜੇ ਮੈਂਬਰ ਜਿੱਤ ਕੇ ਆਏ ਸਨ, ਜਿਹਦੇ ਵਿੱਚੋਂ ਅਗਰ ਹੁਣ ਇੱਕ ਸਰਨਿਆਂ ਦਾ ਉਧਰ ਜਾ ਰਲਿਆ ਤੇ ਹੁਣ ਉਹ 28 ਹੋ ਗਏ। ਔਰ ਜਿੱਥੇ ਸਰਨਿਆਂ ਕੋਲ 14 ਸਨ, ਉਹਨਾਂ ਦਾ ਇੱਕ ਘਟ ਕੇ 13 ਰਹਿ ਗਿਆ। ਹੁਣ ਉਹਨਾਂ ਨੂੰ ਜਿਹੜਾ ਮਨਜੀਤ ਸਿੰਘ ਵੱਲੋਂ 3 ਆਪਣੀਆਂ ਜਿਹੜੀਆਂ ਵੋਟਾਂ ਦੇਣ ਦੀ ਗੱਲ ਚੱਲਦੀ ਪਈ ਹੈ ਵੀ ਉਹਨਾਂ ਨੂੰ ਸਪੋਰਟ ਕਰਨਗੇ, ਤਾਂ ਜੋ ਸਰਨਾ ਜਿਹੜਾ ਇਸ ਆਪਸ਼ਨ ਦੀ ਲੜਾਈ ਦੇ ਵਿੱਚ ਅੱਗੇ ਆ ਜਾਣ। ਕਿਉਂਕਿ ਹੁਣ ਗੱਲ ਤਾਂ ਹੈਗੀ ਹੈ ਵੀ ਕੱਲ ਨੂੰ 51 ਦਾ ਹਾਊਸ ਹੈ, ਉਹ 51 ਦੇ ਹਾਊਸ ਨੂੰ ਕੌਣ ਬੰਦਾ ਆਪਣੇ ਵੱਧ ਤੋਂ ਵੱਧ ਜਿਹੜਾ ਆਪਣੇ ਨਾਲ ਬੰਦੇ ਜੋੜ ਕੇ ਰੱਖ ਸਕਦਾ। ਔਰ ਐਤਕੀ ਮੈਂ ਜੋ ਸਮਝਦਾ ਵਾਂ, ਭਾਵੇਂ ਹਾਊਸ ਬਣਨ ਦੇ ਬਾਅਦ ਵੀ ਇਹ ਜਿਹੜਾ ਖਰੀਦ ਫਰੋਖਤ ਹੋਣੀ ਹੈ, ਔਰ ਮੈਂਬਰਾਂ ਦੀ, ਕਿਉਂਕਿ ਜਿਹੜਾ ਡਿਫਰੈਂਸ ਹੈ ਬੜਾ ਘੱਟ ਹੈ। 5-7 ਬੜੀ ਵੱਡੀ ਗੱਲ। ਮੈਂ ਟੋਕ ਰਿਹਾ ਤੁਹਾਨੂੰ। ਇੱਕ ਲਫ਼ਜ਼ ਬੋਲਿਆ ਤੁਸੀਂ ਵੀ ਇਹਨਾਂ ਦੀ ਖਰੀਦੋ ਫਰੋਖਤ ਹੋਣੀ ਹੈ, ਯਾਨੀ ਕਿ ਬੋਲੀ ਲੱਗਣੀ ਹੈ, ਯਾਨੀ ਕਿ ਮੁੱਲ ਪੈਣਾ ਹੈ, ਯਾਨੀ ਕਿ ਇਹ ਕੰਮ ਕਦੀ ਸਿੱਖੀ 'ਚ ਹੋਇਆ ਨਹੀਂ ਸੀ। ਪਹਿਲਾਂ ਵੀ ਮੁੱਲ ਪਏ ਸੀ, ਪਰ ਉਦੋਂ ਸਿਰਾਂ ਦੇ ਪੈਂਦੇ ਸੀ, ਸ਼ਹਾਦਤਾਂ ਦੇ ਪੈਂਦੇ ਸੀ। ਹੁਣੇ ਤੁਸੀਂ ਇੱਕ ਗੱਲ ਕਹੀ ਹੈ ਖਰੀਦੋ ਫਰੋਖਤ ਹੋਣੀ ਹੈ, ਬੜੀ ਵੱਡੀ ਗੱਲ ਕਹਿ ਗਏ ਜੀ। ਕੀ ਹੁੰਦੀ ਖਰੀਦੋ ਫਰੋਖਤ? ਨਹੀਂ ਭਾਈ ਸਾਹਿਬ ਜੀ, ਇਹ ਗੱਲ ਤੁਸੀਂ ਬਿਲਕੁਲ ਠੀਕ ਕਹੀ ਹੈ, ਸਿਰਾਂ ਦੇ ਮੁੱਲ ਪੈਂਦੇ ਨੇ। ਲੇਕਿਨ ਹੁਣ ਇੱਥੇ ਜਿਹੜੇ ਮੈਂਬਰਾਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ, ਅੱਜ ਤੇ ਨਹੀਂ ਪੈ ਰਹੇ। ਇਹ ਲੋਕਾਂ ਨੂੰ, ਕਈਆਂ ਨੂੰ ਨਹੀਂ ਪਤਾ, ਇਹ ਪਿਛਲੇ ਸਮੇਂ ਤੋਂ ਬੜਾ ਕੰਮ ਖਰਾਬ ਚੱਲ ਰਿਹਾ। ਇਹਦੇ ਵਿੱਚ ਗਿਰਾਵਟ ਹੀ ਤਾਂ ਆ ਰਹੀ ਹੈ ਕਿ ਅਸੀਂ ਇਹਦੇ ਵਿੱਚ ਮੈਂਬਰਾਂ ਨੂੰ ਜਿਹੜਾ ਖਰੀਦਣ ਦੀ ਗੱਲ ਕਰ ਲੈਂਦੇ ਹਾਂ ਇੱਧਰ ਉੱਧਰ ਦੀ। ਔਰ ਜਿਹੜੀ ਇਸ ਇਲੈਕਸ਼ਨ ਦੀ ਹੈਰਾਨੀ ਦੀ ਗੱਲ ਹੈ ਕਿ ਸੀਐਮ ਤੱਕ ਇਨਵੋਲਵ ਹੋ ਜਾਂਦੇ ਨੇ, ਭਾਵੇਂ ਉਹ ਦਿੱਲੀ ਦਾ ਤੇ ਭਾਵੇਂ ਉਹ ਪੰਜਾਬ ਦਾ ਹੋਵੇ। ਵੱਡੇ ਵੱਡੇ ਸੀਐਮ ਇਨਵੋਲਵ ਹੋ ਜਾਂਦੇ ਨੇ ਮੈਂਬਰਾਂ ਨੂੰ ਇੱਧਰ ਉੱਧਰ ਲਾਲਚਾਂ ਦੇ ਕੇ। ਔਰ ਇਹ ਅੱਜ ਦਾ ਸਮਾਂ ਨਹੀਂ ਹੈ, ਬਹੁਤ ਪੁਰਾਣਾ ਇਤਿਹਾਸ ਹੈ ਇਹ। ਖੈਰ, ਇਹਦੇ ਵਿੱਚ ਖੋਲਣ ਦੀ ਗੱਲ ਜਿਹੜੀ ਹੈ, ਰਿਕਾਰਡ ਔਨ ਰਿਕਾਰਡ ਮੈਂ ਸਮਾਂ ਆਏਗਾ ਜ਼ਰੂਰ ਦੇਵਾਂਗਾ ਤੁਹਾਨੂੰ, ਕਿਉਂਕਿ ਮੈਂ ਇਹਦਾ ਹਿੱਸਾ ਰਿਹਾ। ਮੈਨੂੰ ਪਤਾ ਹੈ ਕਿਵੇਂ ਖਰੀਦ ਫਰੋਖਤ ਹੁੰਦੀ ਹੈ। ਪੈਸਿਆਂ ਦਾ ਲਾਲਚ ਹੁੰਦਾ ਹੈ, ਸੀਟਾਂ ਦਾ ਲਾਲਚ ਹੁੰਦਾ ਹੈ, ਪਲਾਟਾਂ ਦਾ ਲਾਲਚ ਹੁੰਦਾ ਹੈ, ਅਹੁਦਿਆਂ ਦਾ ਹੁੰਦਾ ਹੈ। ਤੁਹਾਨੂੰ ਕਦੀ ਦਿੱਤੇ ਜਾਂਦੇ ਨੇ। ਬਿਲਕੁਲ। ਸਾਧੂ ਭੁਪਿੰਦਰ ਸਿੰਘ ਜੀ, ਤੁਹਾਨੂੰ ਵੀ ਕਦੀ ਲਾਲਚ ਆਏ ਸੀਗੇ? ਮੈਂ ਲਾਲਚ ਨਹੀਂ, ਮੈਂ ਇਹਦੇ ਵਿੱਚ ਹਿੱਸਾ ਰਿਹਾ ਜੀ ਕਿਸੇ ਇਲੈਕਸ਼ਨ ਦੇ ਵਿੱਚ। ਔਰ ਮੈਂ ਆਪਣੇ ਹੱਥੀਂ ਖਰੀਦ ਫਰੋਖਤ ਦੇਖੀ ਹੈ, ਔਰ ਮੈਂ ਇਹਦੇ ਕੋਈ ਗੁਰੇਜ਼ ਨਹੀਂ ਕਰਾਂਗਾ। ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਮੈਂ ਬਿਲਕੁਲ ਮੰਨਦਾ, ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਮੈਂ ਉਹ ਗੁਨਾਹਗਾਰ ਉਹਦੇ ਵਿੱਚ ਇਹ ਕੋਸ਼ਿਸ਼ ਕੀਤੀ। ਲੇਕਿਨ ਮੈਂ ਬੜਾ ਅਖੀਰ ਵਿੱਚ ਮਾਯੂਸ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਕਿਸੇ ਨਾਲ ਸਾਥ ਦਿੱਤਾ, ਮੈਂ ਆਪ ਨਹੀਂ ਕਰ ਰਿਹਾ ਸੀਗਾ। ਲੇਕਿਨ ਇਹ ਖਰੀਦ ਫਰੋਖਤ ਇਹਨਾਂ ਲੋਕਾਂ ਦੇ ਵਿੱਚ ਹੁੰਦੀ ਹੈ ਔਰ ਇਹ ਕਰਦੇ ਨੇ। ਮੈਂ ਹੈਰਾਨ ਹੁੰਦਾ ਕਿ ਅਸੀਂ ਮੈਂਬਰ ਚੁਣ ਕੇ ਜਾਂਦੇ ਹਾਂ ਸੇਵਾ ਕਰਨ ਲਈ, ਔਰ ਉਹਦੇ ਬਾਅਦ ਆਪਣਾ ਮੁੱਲ ਵਟਾ ਲੈਂਦੇ ਹਾਂ। ਔਰ ਜਿਹੜਾ ਪ੍ਰਧਾਨਗੀ ਸਕੱਤਰਾਂ ਦੇ ਲਈ ਆਪਣਾ ਜਿਹੜਾ ਕਿਸੇ ਪਾਸੇ ਕੋਈ ਜਿਹੜੇ ਮੈਂ ਸਮਝਦਾ ਝੂਠੇ ਲਾਲਚਾਂ 'ਚ ਫਸ ਜਾਂਦੇ ਆ। ਔਰ ਸਮੇਂ ਨਾਲ ਕਦੀ ਪਲਾਟ ਦਾ ਹੋਵੇ ਤੇ ਭਾਵੇਂ ਕੋਈ ਕੋਟੇ ਪਰਮਿਟ ਦਾ ਹੋਵੇ ਤੇ ਕਦੀ ਮਾਇਆ ਦਾ ਹੋਵੇ। ਤੁਹਾਡਾ ਸ਼ੁਕਰੀਆ ਜੀ। ਆਖਰੀ ਚ ਇੱਕ ਛੋਟਾ ਜਿਹਾ ਚੰਦ ਕੋ ਲਾਈਨ ਦੇ ਵਿੱਚ, ਇੱਕ ਅੱਧੀ ਲਾਈਨ 'ਚ ਤੁਹਾਡੇ ਕੋ ਜਵਾਬ ਚਾਹੂੰਗਾ। ਇਹ ਜੋ ਹੁਣ ਪ੍ਰਧਾਨ ਬਣਨੇ ਨੇ, ਇਹ ਮਖੌਟੇ ਸਿੱਖੀ ਵਾਲੇ ਹੋਣਗੇ ਕਿ ਵਾਕਿਆ ਹੀ ਸਿੱਖ ਹੋਣਗੇ? ਇਹਨਾਂ ਦੇ ਵਿੱਚ ਕਹਿਣ ਵਾਲੀਆਂ ਗੱਲਾਂ ਜਿਹੜੀਆਂ ਨੇ ਸਿੱਖੀ ਸਿਧਾਂਤਾਂ ਦੀਆਂ ਹੋਣਗੀਆਂ ਕਿ ਅਸੀਂ ਉੱਤੇ ਪਹਿਰਾ ਦੇਣਗੇ, ਕਿ ਵੀ ਸਿਰਫ ਇੱਕ ਭੁਲੇਖਾ ਹੋਏਗਾ ਕਿ ਹਕੀਕਤ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਹੋਰ ਵੱਡੀ ਜਿਹੜੀ ਕੋਈ ਤਾਕਤ ਹੈ ਉਹਦੇ ਹੇਠਾਂ ਕੰਮ ਕਰਦੀ ਹੈ, ਕਿ ਜਾਂ ਵਾਕਿਆ ਹੀ ਸਿੱਖੀ ਸਿਧਾਂਤਾਂ ਤੇ ਗੁਰੂ ਦੇ ਡਰ ਦੇ ਵਿੱਚ, ਭਉ ਦੇ ਵਿੱਚ ਰਹਿ ਕੇ ਉੱਤੇ ਕੰਮ ਕਰਦੀ ਹੈ? ਭਾਈ ਸਾਹਿਬ ਜੀ, ਇਹ ਮੈਂ ਆਪ ਜੀ ਨੂੰ ਦੱਸਾਂ, ਸਾਰੇ ਧੜਿਆਂ ਦੇ ਵਿੱਚ ਬਹੁਤ ਅੱਛੇ ਲੋਕ ਵੀ ਹੈਗੇ ਨੇ, ਸਾਰੇ ਮਾੜੇ ਨਹੀਂ ਹੈਗੇ। ਲੇਕਿਨ ਉਹਨਾਂ ਦੇ ਨਾਲ ਇਹ ਹੈਗਾ ਕਿ ਉਹ ਪਾਰਟੀ ਦੇ ਨਾਲ ਬੱਧੇ ਹੁੰਦੇ ਨੇ, ਉਹਨਾਂ ਦੀ ਸੋਚ ਚੰਗੀ ਹੁੰਦੀ ਹੈ, ਲੇਕਿਨ ਉਹਨਾਂ ਦਾ ਵਸ ਨਹੀਂ ਚੱਲਦਾ। ਉਹ ਆਪਣੇ ਵੱਲੋਂ ਤੇ ਕੋਸ਼ਿਸ਼ ਪੂਰੀ ਕਰਦੇ ਨੇ, ਲੇਕਿਨ ਵੱਡੇ ਪੱਧਰ ਤੇ ਉਹਨਾਂ ਦਾ ਵਸ ਨਹੀਂ ਚੱਲਦਾ। ਕਿਉਂਕਿ ਵੱਡੇ ਪੱਧਰ ਤੇ ਜਿਹੜਾ ਪ੍ਰਧਾਨ ਸਕੱਤਰ ਉਹਨਾਂ ਦਾ ਚਿਹਰਾ ਆਉਂਦਾ ਜਾਂ ਪਾਰਟੀ ਪ੍ਰਧਾਨਾਂ ਦਾ ਚਿਹਰਾ ਆਉਂਦਾ, ਔਰ ਉਹਨਾਂ ਦੀ ਪਾਲਿਸੀਆਂ ਅੱਗੇ ਦਿਖਦੀਆਂ ਨੇ। ਇਹਨਾਂ ਵਿੱਚ ਕਈ ਐਸੇ ਚਿਹਰੇ ਨੇ, ਕਈ ਐਸੇ ਲੋਕ ਨੇ ਜਿਹੜੇ ਬਹੁਤ ਚੰਗੇ ਨੇ। ਮੈਂ ਸਮਝਦਾ ਗੁਰਮਤ ਦੇ, ਗੁਰਬਾਣੀ ਦੇ ਧਾਰਮਿਕ ਸਿਆਣੇ ਨੇ, ਗੁਰਮੁਖੀ ਗਿਆਨ ਤੇ ਰੱਖਦੇ ਨੇ, ਔਰ ਉਹ ਕੰਮ ਕਰ ਸਕਦੇ ਨੇ। ਲੇਕਿਨ
ਲੇਕਿਨ ਉਹਨਾਂ ਦਾ ਵਸ ਨਹੀਂ ਚੱਲਦਾ ਪਿਆ। ਲੇਕਿਨ ਜਿਹੜੇ ਪ੍ਰਧਾਨ ਅੱਜ ਦੇ ਸੋ ਕਾਲਡ ਸਾਡੇ ਸਾਹਮਣੇ ਚਿਹਰੇ ਨੇ, ਇਹਨਾਂ ਸਾਰਿਆਂ ਤੇ ਸਵਾਲੀਆ ਨਿਸ਼ਾਨ ਬਹੁਤ ਹੈਗੇ ਨੇ, ਭਾਵੇਂ ਉਹ ਸਰਨੇ ਨੇ ਤੇ ਭਾਵੇਂ ਉਹ ਬਾਦਲ ਧੜੇ ਨੇ, ਭਾਵੇਂ ਉਹ ਕੋਈ ਵੀ ਅੱਜ ਦੀ ਡੇਟ ਹੀ ਧੜਾ। ਮੈਂ ਬੜਾ ਹੈਰਾਨ ਹੋ ਰਿਹਾ ਕਿ ਉਹ ਸਿਰਫ ਸੇਵਾ ਦੀ ਨਹੀਂ, ਸਿਆਸਤ ਲਈ ਉਹ ਕਿਧਰੇ ਵੀ ਜੋੜ ਤੋੜ ਕਰਨ ਨੂੰ ਤਿਆਰ ਹੋਏ ਪਏ ਨੇ। ਭਾਵੇਂ ਕਹਿਣ ਨੂੰ ਇੱਕ ਦੂਜੇ ਦੇ ਉੱਤੇ ਜਿਹੜਾ ਇਹ ਚੋਰੀਆਂ ਦੇ ਇਲਜ਼ਾਮ ਲਾ ਦਿੰਦੇ ਨੇ, ਉਹ ਕਹਿ ਦਿੰਦੇ ਨੇ ਵੀ ਇਹ ਗੋਲਕ ਲੁੱਟ ਕੇ ਖਾ ਗਿਆ ਜੀ, ਉਹ ਗਲਤ ਹੈ, ਉਹ ਗਲਤ ਹੈ। ਲੇਕਿਨ ਜਦੋਂ ਉਹ ਇਹ ਪ੍ਰਧਾਨਗੀਆਂ ਵਾਲੇ ਪਾਸੇ ਜਾਣ ਦੀ ਗੱਲ ਕਰਦੇ ਨੇ, ਪਾਵਰ ਲੈਣ ਵਾਲੇ ਪਾਸੇ ਜਾਂਦੇ ਨੇ, ਇੱਕ ਮਿੰਟ ਉਹ ਸਾਰਾ ਕੁਝ ਭੁੱਲ ਕੇ ਤੇ ਜਿਹਦੇ ਖਿਲਾਫ ਉਹ ਬਿਆਨ ਦਿੰਦੇ ਨੇ ਉਹਨੂੰ ਹੀ ਗੱਲ ਲਾ ਕੇ ਉਹਦੇ ਨਾਲ ਹੀ ਬੈਠ ਕੇ ਤੇ ਇਹ ਅੱਗੇ ਆਉਣ ਦੀ ਗੱਲ ਕਰਦੇ ਨੇ ਵੀ ਇਹ ਸੇਵਾ ਕਰਨ ਚੱਲੇ ਨੇ ਜਾਂ ਸਿਆਸਤ ਕਰਨ ਚੱਲੇ ਨੇ। ਇਹ ਸੰਗਤ ਇਹਨਾਂ ਤੋਂ ਪੁੱਛੇ ਵੀ ਇਹ ਕੀ ਹੋ ਕੀ ਰਿਹਾ। ਜੀ ਬਹੁਤ ਬਹੁਤ ਸ਼ੁਕਰੀਆ। ਬੜੇ ਗੰਭੀਰ ਮੁੱਦਿਆਂ ਤੇ ਗੰਭੀਰ ਸਵਾਲਾਂ ਤੇ ਜਿਹੜੀ ਤੁਸੀਂ ਆਪਣੀ ਚਿੰਤਾ ਵੀ ਜ਼ਾਹਿਰ ਕੀਤੀ ਔਰ ਨਾਲ ਦੀ ਨਾਲ ਚਰਚਾ ਕਰਕੇ ਉਹਦਾ ਮਾਰਗਦਰਸ਼ਨ ਵੀ ਕੀਤਾ। ਸੋ ਸਾਧੂ ਭੁਪਿੰਦਰ ਸਿੰਘ ਜੀ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਦਾ TVNRI ਦੇ ਜ਼ਰੀਏ ਸਿੱਖ ਸੰਗਤਾਂ ਨੂੰ ਔਰ ਜਿੰਨੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਚਿੱਠੇ ਜਿਹੜੇ ਨੇ ਤੁਸੀਂ ਖੋਲ੍ਹੇ ਨੇ, ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਨੂੰਨੀ ਪੱਖ ਹੋਵੇ, ਮਖੌਟੇ ਦੀ ਗੱਲ ਹੋਵੇ ਜਾਂ ਫਿਰ ਖਰੀਦੋ ਫਰੋਖਤ ਦੀ ਗੱਲ ਹੋਵੇ, ਹੋਰ ਵੀ ਕਈ ਮੁੱਦਿਆਂ ਦੇ ਉੱਤੇ ਖੁੱਲ੍ਹ ਕੇ ਤੁਸੀਂ ਚਰਚਾ ਕੀਤੀ ਹੈ। ਸੋ ਸਿੱਖ ਸੰਗਤ ਹੁਣ ਸਮਝਦਾਰ ਹੈ, ਤੁਸੀਂ ਹੁਣ ਆਪ ਜਾਣੋ ਕਿ ਤੁਹਾਡੇ ਵੀ ਜਿਹੜੇ ਫੈਸਲੇ ਨੇ ਉਹੀ ਸਿੱਖ ਸੰਗਤ, ਜਿਹੜੀ ਸੰਗਤ ਸਭ ਤੋਂ ਮਹਾਨ ਹੁੰਦੀ ਹੈ। ਸੋ ਤੁਹਾਡੀਆਂ ਵੋਟਾਂ ਨਾਲ, ਤੁਹਾਡੇ ਫੈਸਲਿਆਂ ਨਾਲ ਹੀ ਕਿਸੇ ਦੇ ਸਿਰ ਤੇ ਪ੍ਰਧਾਨਗੀਆਂ ਦੇ ਤਾਜ ਸਾਜਦੇ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬੇਸ਼ੱਕ ਜੇਤੂ ਹੋ ਚੁੱਕਾ ਹੈ, ਬਾਦਲ ਧੜਾ ਜਿੱਤ ਚੁੱਕਾ ਹੈ, ਪਰ ਦੇਖਣਾ ਇਹ ਹੋਏਗਾ ਕਿ ਪ੍ਰਧਾਨਗੀ ਦਾ ਤਾਜ ਕਿਹਦੇ ਸਿਰ ਤੇ ਸਜਦਾ ਹੈ ਔਰ ਜਿਹਦੇ ਵੀ ਸਿਰ ਤੇ ਸਜਦਾ ਹੈ। ਹੁਣ ਹੈ ਤਾਂ ਇਹ ਟੀਮ ਵਰਕ ਹੀ, ਤਾਂ ਦੇਖਣਾ ਇਹ ਹੋਏਗਾ ਕਿ ਹੁਣ ਇਹ ਜਿਹੜੀਆਂ ਗੋਲਕਾਂ ਦੇ ਇਲਜ਼ਾਮ ਲੱਗਦੇ ਨੇ, ਜੋ ਧੋਖਿਆਂ ਦੇ ਇਲਜ਼ਾਮ ਲੱਗਦੇ ਨੇ, ਬੇਈਮਾਨੀਆਂ ਦੇ ਇਲਜ਼ਾਮ ਲੱਗਦੇ ਨੇ, ਸਿੱਖੀ ਸਿਧਾਂਤਾਂ ਨੂੰ ਛਿੱਕੇ ਟੰਗਣ ਦੇ ਇਲਜ਼ਾਮ ਲੱਗਦੇ ਨੇ, ਜਿਨ੍ਹਾਂ ਦੇ ਵਿੱਚ ਇਹ ਵੀ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਹ ਜਿਹੜੀਆਂ ਬੱਜ਼ਰ ਕੁਰੈਤਾਂ ਇਹ ਲੋਕ ਕਰਦੇ ਨੇ, ਕਿ ਆਉਣ ਵਾਲੇ ਦਿਨਾਂ 'ਚ ਇੱਥੇ ਠੱਲ ਪਏਗੀ ਕਿ ਜਾਂ ਫਿਰ ਹੋਰ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਜਿਹੜੀ ਹੈ ਇਹਦੀ ਖੁੱਲ੍ਹ ਮਿਲ ਜਾਏਗੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਅਸੀਂ ਤੁਹਾਡੇ ਰੂਬਰੂ ਲੈ ਕੇ ਆਵਾਂਗੇ ਔਰ ਹੋਰ ਕਈ ਜਿਹੜੀਆਂ ਦਿਲਚਸਪ ਅੰਦਰ ਦੇ ਰਾਜ਼ ਨੇ ਸਾਡੇ ਨਾਲ ਖੋਲ੍ਹਦੇ ਰਹਿਣਗੇ ਸਾਧੂ ਭੁਪਿੰਦਰ ਸਿੰਘ ਜੀ। ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਸ਼ੋਅ ਦੇ ਵਿੱਚ ਫਿਰ ਸਾਧੂ ਭੁਪਿੰਦਰ ਸਿੰਘ ਜੀ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ, ਹਾਜ਼ਰ ਹੋਵਾਂਗੇ। ਦਿਓ ਇਜਾਜ਼ਤ। ਸਾਧੂ ਭੁਪਿੰਦਰ ਸਿੰਘ ਜੀ, ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਆਪ ਜੀ ਵੀ ਦਿਓ ਇਜਾਜ਼ਤ, ਸੰਗਤਾਂ ਕੋ ਵੀ ਲੈਣੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।